ਹੈਲੋ। ਹਾਂਜੀ ਬੇਟੇ, ਅੱਜ ਅਸੀਂ ਇੱਕ ਨਵਾਂ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ। ਚੈਪਟਰ ਨੰਬਰ 9th, ਸਮ ਐਪਲੀਕੇਸ਼ਨਸ ਆਫ ਟ੍ਰਿਗਨੋਮੈਟਰੀ। ਇਹਦੇ ਵਿੱਚ ਆਪਾਂ ਟ੍ਰਿਗਨੋਮੈਟਰੀ ਦੇ ਨਾਲ ਇੰਟਰੋਡਕਸ਼ਨ ਟੂ ਟ੍ਰਿਗਨੋਮੈਟਰੀ ਦੇ ਨਾਲ ਰਿਲੇਟਡ ਫਾਰਮੂਲੇ ਦੇ ਕਰ ਚੁੱਕੇ ਹਾਂ। ਸਾਈਨ ਥੀਟਾ, ਕਾਸ ਥੀਟਾ, ਟੈਨ ਥੀਟਾ, ਤਿੰਨ ਇਹਨਾਂ ਦੇ ਰੈਸੀਪ੍ਰੋਕਲਸ, ਉਹਨਾਂ ਦੀ ਡੈਫੀਨੇਸ਼ਨਸ ਹੋ ਗਿਆ। ਟ੍ਰਿਗਨੋਮੈਟਰਿਕ ਟੇਬਲ 0 ਡਿਗਰੀ, 30 ਡਿਗਰੀ, 60 ਡਿਗਰੀ, 45 ਡਿਗਰੀ, 90 ਡਿਗਰੀ ਦਾ ਕਿਵੇਂ ਡਰਾ ਕਰਨਾ ਉਹ ਵੀ ਕਰ ਲਿਆ ਆ ਆਪਾਂ। ਅਤੇ ਇਸ ਤੋਂ ਬਾਅਦ ਬੇਟੇ ਇਹਦੇ ਵਿੱਚ ਆਉਂਦਾ ਆ ਹੁਣ ਕਿ ਐਪਲੀਕੇਸ਼ਨਸ ਕਿਸ ਤਰ੍ਹਾਂ, ਮਤਲਬ ਕਿ ਜਿਹੜੇ ਆਪਾਂ ਸਟਾਰਟਿੰਗ 'ਚ ਫਾਰਮੂਲਾ ਦੇਖਿਆ ਸੀਗਾ ਕਿ ਸਪੋਜ਼ ਕਰ ਲਓ ਕਿ ਆ ਕਾਈਟ ਹੈ, ਇੱਥੇ ਇੱਕ ਬੱਚਾ ਖੜਾ ਹੈ, ਉਹ ਕਾਈਟ ਨੂੰ ਦੇਖ ਰਿਹਾ ਆਈਜ਼ ਦੇ ਨਾਲ। ਕਾਈਟ ਇਜ਼ ਐਨ ਆਬਜੈਕਟ, ਇੱਕ ਵਸਤੂ ਲੈ ਲੈਣੀ ਆ ਜਿਹੜੀ ਦੇਖ ਰਿਹਾ ਆ, ਉਹਨੂੰ ਕਹਿੰਦੇ ਲਾਈਨ ਆਫ ਸਾਈਟ, ਮਤਲਬ ਦ੍ਰਿਸ਼ਟੀ ਰੇਖਾ, ਅੱਖਾਂ ਨਾਲ ਦੇਖ ਰਿਹਾ ਜਿਹੜਾ। ਅਤੇ ਅੱਖਾਂ ਦੇ ਜਿਹੜੀ ਪੈਰਲਲ ਲਾਈਨ ਆਉਂਦੀ ਆ ਉਹਨੂੰ ਕਹਿੰਦੇ ਹੌਰੀਜ਼ੈਂਟਲ ਲਾਈਨ, ਖਿਤਿਜ ਰੇਖਾ ਕਹਿੰਦੇ ਉਹਨੂੰ ਪੰਜਾਬੀ 'ਚ। ਅਤੇ ਆਹ ਦੋਨੋਂ ਰੇਖਾਵਾਂ, ਇੱਕ ਦ੍ਰਿਸ਼ਟੀ ਲਾਈਨ ਆਫ ਸਾਈਟ ਅਤੇ ਹੌਰੀਜ਼ੈਂਟਲ ਲਾਈਨ ਦੇ ਨਾਲ ਜਿਹੜਾ ਐਂਗਲ ਬਣਦਾ, ਦੈਟ ਇਜ਼ ਨੋਨ ਐਜ਼ ਏ ਐਂਗਲ ਆਫ ਐਲੀਵੇਸ਼ਨ, ਉਚਾਨ ਕੋਣ ਕਹਿੰਦੇ ਉਹਨੂੰ। ਉੱਪਰ ਨੂੰ ਦੇਖ ਰਿਹਾ ਆ ਆਬਜੈਕਟ, ਇੱਥੇ ਆ ਆਈਜ਼ ਦੇ ਨਾਲ, ਅਤੇ ਆਈਜ਼ ਦੇ ਪੈਰਲਲ ਜਿਹੜੀ ਲਾਈਨ ਆਉਂਦੀ ਆ, ਅਤੇ ਇਹਦੇ ਵਿਚਕਾਰ ਜਿਹੜਾ ਐਂਗਲ ਬਣਦਾ ਆ, ਦੈਟ ਇਜ਼ ਨੋਨ ਐਜ਼ ਐਂਗਲ ਆਫ ਐਲੀਵੇਸ਼ਨ, ਉਚਾਨ ਕੋਣ ਕਹਿੰਦੇ ਇਹਨੂੰ। ਮੰਨ ਲਓ ਇੱਕ ਹੋਰ ਐਗਜ਼ਾਮਪਲ ਆਪਾਂ ਲੈ ਲੈਂਦੇ ਹਾਂ। ਆਹ ਦੇਖੋ, ਇੱਕ ਟਾਵਰ ਹੈ, ਇਹ ਟਾਵਰ, ਇੱਥੇ ਬੱਚਾ ਖੜਾ, ਇੱਥੇ ਉਹਦੀਆਂ ਆਹ ਮੰਨ ਲਓ ਆਈਜ਼, ਇੱਥੇ ਆਈਜ਼ ਆ, ਅਤੇ ਇਹ ਟਾਵਰ ਵੱਲ ਨੂੰ ਇੱਧਰ ਨੂੰ ਦੇਖ ਰਿਹਾ, ਉਹਦੇ ਟੌਪ ਨੂੰ। ਆਈਜ਼ ਦੇ ਪੈਰਲਲ ਲਾਈਨ, ਆਈਜ਼ ਤੋਂ ਇੱਥੋਂ ਹੌਰੀਜ਼ੈਂਟਲ ਲਾਈਨ ਜਿਹੜੀ ਆਉਂਦੀ ਆ, ਅਤੇ ਲਾਈਨ ਆਫ ਸਾਈਟ ਜਿਹੜੀ ਆਈਜ਼ ਦੇ ਥਰੂ ਨਾਲ ਦੇਖ ਰਿਹਾ ਇੱਥੇ ਟੌਪ ਨੂੰ, ਅਤੇ ਉਹਦੇ ਬੇਸ ਨੂੰ ਦੇਖ ਰਿਹਾ, ਅਤੇ ਇਹਨਾਂ ਦੋਨਾਂ ਦੇ ਵਿਚਕਾਰ ਜਿਹੜਾ ਐਂਗਲ ਬਣੇਗਾ, ਦੈਟ ਇਜ਼ ਨੋਨ ਐਜ਼ ਏ ਐਂਗਲ ਆਫ ਐਲੀਵੇਸ਼ਨ, ਉਚਾਨ ਕੋਣ ਕਹਿੰਦੇ ਉਹਨੂੰ। ਇਹ ਪੁਆਇੰਟ ਯਾਦ ਰੱਖਣਾ ਕਿ ਐਂਗਲ ਆਫ ਐਲੀਵੇਸ਼ਨ ਦਾ ਕੀ ਮਤਲਬ ਹੈ, ਉਚਾਨ ਕੋਣ ਦਾ ਕੀ ਮਤਲਬ ਹੈ। ਨੈਕਸਟ ਪੁਆਇੰਟ ਆ ਜਾਂਦਾ ਸਾਡੇ ਕੋਲ ਕਿ ਸਪੋਜ਼ ਕਰ ਲਓ ਕਿ ਟੈਰਿਸ 'ਤੇ ਆ ਇੱਕ ਬਿਲਡਿੰਗ ਆ, ਇੱਥੇ ਬਾਲਕੋਨੀ 'ਚ ਬੱਚਾ ਕੋਈ ਇੱਥੋਂ ਦੇਖ ਰਿਹਾ ਆ। ਹੁਣ ਜਿਹੜੀ ਸਪੋਜ਼ ਕਰ ਲਓ ਕੋਈ ਆਬਜੈਕਟ ਹੈ, ਕੋਈ ਬਾਲ ਹੈ, ਬਾਲ ਰੋਡ 'ਤੇ ਪਈ, ਇੱਥੇ ਇਹ ਆਬਜੈਕਟ ਵਸਤੂ ਲੈ ਲਈ ਆ, ਉੱਪਰੋਂ ਥੱਲੇ ਨੂੰ ਦੇਖ ਰਿਹਾ, ਅਤੇ ਆਈਜ਼ ਦੇ ਪੈਰਲਲ ਲਾਈਨ ਜਿਹੜੀ ਆ ਉਹਨੂੰ ਕਹਿੰਦੇ ਆ ਹੌਰੀਜ਼ੈਂਟਲ ਲਾਈਨ, ਅਤੇ ਆਈਜ਼ ਤੋਂ ਜਿਹੜਾ ਇੱਧਰ ਦੇਖ ਰਿਹਾ, ਥੱਲੇ ਨੂੰ ਦੇਖ ਰਿਹਾ ਆ, ਇਹਨਾਂ ਦੋਨਾਂ ਦੇ ਵਿਚਕਾਰ ਜਿਹੜਾ ਐਂਗਲ ਬਣੇਗਾ, ਦੈਟ ਇਜ਼ ਨੋਨ ਐਜ਼ ਏ ਐਂਗਲ ਆਫ ਡਿਪਰੈਸ਼ਨ, ਨਿਵਾਨ ਕੋਣ ਕਹਿੰਦੇ ਉਹਨੂੰ। ਉੱਪਰੋਂ ਥੱਲੇ ਨੂੰ ਦੇਖ ਰਿਹਾ ਆ, ਅਤੇ ਹੌਰੀਜ਼ੈਂਟਲ ਲਾਈਨ ਆਹ ਵਾਲਾ ਹੌਰੀਜ਼ੈਂਟਲ ਲੈਵਲ ਹੋ ਗਿਆ, ਅਤੇ ਆਹ ਵਾਲਾ ਲਾਈਨ ਆਫ ਸਾਈਟ ਹੋ ਗਈ, ਆਬਜੈਕਟ ਇੱਧਰ ਦੇਖ ਰਿਹਾ, ਅਤੇ ਇਹਨਾਂ ਦੇ ਵਿਚਕਾਰ ਜਿਹੜਾ ਐਂਗਲ ਬਣੇਗਾ ਉਹਨੂੰ ਕਹਿੰਦੇ ਐਂਗਲ ਆਫ ਡਿਪਰੈਸ਼ਨ। ਆਲਮੋਸਟ ਇਹ ਐਂਗਲ ਆਫ ਡਿਪਰੈਸ਼ਨ ਅਤੇ ਐਂਗਲ ਆਫ ਐਲੀਵੇਸ਼ਨ ਸੇਮ ਹੁੰਦੇ ਆ। ਇਹਨਾਂ ਨੂੰ ਹੁਣ ਯੂਜ਼ ਕਿੱਦਾਂ ਕਰਨਾ ਕੁਐਸਚਨਸ ਦੇ ਵਿੱਚ, ਉਹ ਆਪਾਂ ਦੇਖੋ। ਆਹ ਵਾਲਾ ਆ ਗਿਆ ਬੇਟੇ, ਐਕਸਰਸਾਈਜ਼ 9.1 ਦਾ ਫਸਟ ਕੁਐਸਚਨ ਹੈ, ਉਹ ਐਂਗਲ ਆਫ ਐਲੀਵੇਸ਼ਨ ਅਤੇ ਉਚਾਨ ਕੋਣ ਅਤੇ ਐਂਗਲ ਆਫ ਡਿਪਰੈਸ਼ਨ ਨਿਵਾਨ ਕੋਣ, ਇਹਨਾਂ ਨੂੰ ਆਪਾਂ ਯੂਜ਼ ਕਰਕੇ ਫਿਗਰ ਡਰਾ ਕਰਨੀ ਹੁੰਦੀ। ਇੱਥੇ ਆਲਰੇਡੀ ਫਸਟ ਕੁਐਸਚਨ ਦੇ ਵਿੱਚ ਫਿਗਰ ਗਿਵਨ ਹੈ। ਹੁਣ ਦੇਖੋ ਕਿਸ ਤਰ੍ਹਾਂ, ਸਰਕਸ ਆਰਟਿਸਟ ਇਜ਼ ਕਲਾਈਮਬਿੰਗ ਅ 20 ਮੀਟਰ ਲੌਂਗ ਰੋਪ ਵਿਚ ਇਜ਼ ਟਾਈਟਲੀ stretched and tied from the top of a vertical pole to the ground, from the top of a vertical pole to the ground, tied मतलब बंध ਦਿੱਤੀ गई है। find the height of the pole, height of the pole, आ pole है, height of the pole suppose कर लो h मीटर ले लिया, height of the pole if the angle made by the rope with the ground level, angle made by the rope with the ground level is 30 degree। ਸਰਕਸ ਦਾ ਇੱਕ ਕਲਾਕਾਰ ਇੱਕ 20 ਮੀਟਰ ਲੰਬੀ ਰੱਸੀ 'ਤੇ ਚੜ੍ਹ ਰਿਹਾ ਹੈ, 20 ਮੀਟਰ ਲੰਬੀ ਰੱਸੀ 'ਤੇ ਚੜ੍ਹ ਰਿਹਾ ਹੈ ਜੋ ਪੂਰੀ ਤਰ੍ਹਾਂ ਨਾਲ ਤਣੀ ਹੋਈ ਹੈ ਅਤੇ ਧਰਤੀ 'ਤੇ ਸਿੱਧੇ ਖੜ੍ਹੇ ਖੰਭੇ ਦੇ
ਸਿਖਰ ਨਾਲ ਬੰਨੀ ਹੋਈ ਹੈ। ਖੰਭਾ ਖੜਾ ਇੱਥੇ ਸਿਖਰ ਦੇ ਨਾਲ ਬੰਨੀ ਹੋਈ ਹੈ। ਜੇਕਰ ਰੱਸੀ ਧਰਤੀ ਦੇ ਤਲ ਨਾਲ 30 ਡਿਗਰੀ ਦਾ ਕੋਣ ਬਣਾਉਂਦੀ ਹੋਵੇ ਤੇ ਖੰਭੇ ਦੀ ਉਚਾਈ ਪਤਾ ਕਰਨੀ ਆ। ਹੁਣ ਲਿਖਣਾ ਕਿਵੇਂ ਆ, ਇੱਥੇ ਪਹਿਲਾਂ ਇਹਦੀ ਥੋੜੀ ਜੀ ਸੋਲੂਸ਼ਨ ਦੇ ਵਿੱਚ ਥੋੜੀ ਡਿਸਕ੍ਰਿਪਸ਼ਨ ਲਿਖ ਦੇਣੀ ਆ ਕਿ ਜੋ ਇਹਦੇ ਵਿੱਚ ਲਿਖਿਆ ਆਪਣੇ ਕੋਲੋਂ ਆ ਲੈ ਲਿਆ ਕਿ ਆ ਮੰਨ ਲਿਆ ਕਿ ਖੰਭਾ ਆ ਏ ਬੀ, ਲੈਟ ਇੱਥੇ ਲਿਖ ਲੈਣਾ ਲੈਟ ਏ ਬੀ ਇਜ਼ ਇਕੁਅਲ ਟੂ h meter be the height of pole, ਇਹ ਹਾਈਟ ਲੈ ਲਈ ਪੋਲ ਦੀ। AC is the 20 meter, AC is equal to 20 meter, be the length of rope, be the length of rope ਲੈ ਲਿਆ। ਠੀਕ ਹੈ ਬੇਟੇ, ਤੇ ਐਂਗਲ ACB ਇਜ਼ ਇਕੁਅਲ ਟੂ 30 ਡਿਗਰੀ। ਜੋ ਗਿਵਨ ਹੈ ਉਹ ਆਪਾਂ ਲਿਖ ਦਿੱਤਾ ਇੱਥੇ। ਤੇ ਆ ਇੱਕ ਰਾਈਟ ਐਂਗਲ ਹੈ, ਇਹ ਇੱਥੇ ਲਿਖ ਲੈਣਾ। ਮੰਨ ਲਓ AB ਬਰਾਬਰ h ਮੀਟਰ, ਖੰਭੇ ਦੀ ਉਚਾਈ ਹੈ AC ਬਰਾਬਰ 20 ਮੀਟਰ, ਰੱਸੀ ਦੀ ਲੰਬਾਈ ਹੈ ਅਤੇ ਐਂਗਲ ACB ਬਰਾਬਰ ਹੈ 30 ਡਿਗਰੀ। ਇਹ ਪੰਜਾਬੀ ਲਿਖ ਦੇਣਾ, ਇੰਗਲਿਸ਼ ਲਿਖ ਦੇਣਾ, ਬਸ ਇੰਨਾ। ਬਾਕੀ ਸਾਰਾ ਸੇਮ ਹੀ ਉਸੇ ਤਰ੍ਹਾਂ ਹੀ ਲਿਖਣਾ। ਜੋ ਆਪਾਂ ਕਰਨਾ ਕੀ ਹੈ ਕਿ 90 ਡਿਗਰੀ ਦੇ ਸਾਹਮਣੇ ਵਾਲੀ ਸਾਈਡ ਨੂੰ ਹਾਈਪੋਟੈਨਿਊਜ਼ ਕਹਿੰਦੇ ਆ। ਜਿਹੜਾ ਐਂਗਲ ਦਿੱਤਾ ਹੋਵੇ ਉਹਦੇ ਸਾਹਮਣੇ ਵਾਲੀ ਸਾਈਡ ਨੂੰ ਪਰਪੈਂਡੀਕੂਲਰ ਕਹਿੰਦੇ ਆ। ਦੋਨਾਂ ਦਾ ਰਿਲੇਸ਼ਨ ਲੈ ਲੈਣਾ ਬੇਟੇ। ਕਿਹਦਾ? P ਤੇ H ਦਾ ਫਾਰਮੂਲਾ ਉਹੀ, ਪੰਡਿਤ ਬਦਰੀ ਪ੍ਰਸਾਦ ਹਰ ਹਰ ਬੋਲ, ਸੋਨਾ ਚਾਂਦੀ ਤੋਲ, ਕੀ ਸਾਈਨ ਥੀਟਾ P/H। ਹੁਣ H ਤੇ ਇਹ ਸਾਡੇ ਕੋਲ ਹੈਗਾ H ਤੇ P ਦਾ ਰਿਲੇਸ਼ਨ ਹੈ। ਹੁਣ H ਤੇ P ਦਾ ਸਾਈਨ ਤੇ ਐਂਗਲ ਹੈਗਾ 30 ਡਿਗਰੀ। ਇੱਥੇ ਲਿਖਾਂਗੇ ਸਾਈਨ 30 ਡਿਗਰੀ, ਸਾਈਨ 30 ਡਿਗਰੀ ਇਜ਼ ਇਕੁਅਲ ਟੂ ਪਰਪੈਂਡੀਕੂਲਰ ਓਵਰ ਹਾਈਪੋਟੈਨਿਊਜ਼। ਸਾਈਨ 30 ਦੀ ਵੈਲਿਊ ਭਰ ਦੇਣੀ ਇੱਥੇ ਟੇਬਲ ਚੋਂ। ਸਾਈਨ 30 ਹੁੰਦਾ 1/2 ਇਜ਼ ਇਕੁਅਲ ਟੂ P ਦਾ ਮਤਲਬ ਹੈ AB ਦੀ ਲੰਬਾਈ AB ਓਵਰ H ਦਾ ਕੀ ਮਤਲਬ ਹੈ AC। ਇੱਥੇ ਵੈਲਿਊ ਭਰ ਦਿਓ। ਦੇਅਰਫੋਰ 1/2 AB ਇਜ਼ ਇਕੁਅਲ ਟੂ AB ਦਾ ਕੀ ਮਤਲਬ ਹੈ H ਮੀਟਰ। ਆਪਾਂ ਲਿਆ ਇੱਥੇ AB ਇਜ਼ ਇਕੁਅਲ ਟੂ H ਮੀਟਰ H, ਤੇ AC ਦਾ ਕੀ ਮਤਲਬ ਹੈ 20 ਮੀਟਰ। ਇੱਥੇ 20 ਆ ਗਿਆ। ਦੇਅਰਫੋਰ ਕ੍ਰੋਸ ਮਲਟੀਪਲਾਈ ਕਰਦਾ 2 ਨੂੰ ਇਹਦੇ ਨਾਲ, 20 ਨੂੰ ਇਹਦੇ ਨਾਲ ਮਲਟੀਪਲਾਈ ਕਰ ਦਿਓ। 2 into H is 2H ਆ ਗਿਆ, ਇਜ਼ ਇਕੁਅਲ ਟੂ 1 into 20 ਆ ਗਿਆ। 1 into 20 is equal to 20। ਇਹ 2H ਦੀ ਵੈਲਿਊ ਆ ਗਈ। ਦੇਅਰਫੋਰ H is equal to ਕਿੰਨਾ ਆ ਗਿਆ? H ਦੇ ਨਾਲ ਵਾਲਾ ਡਿਨੋਮੀਨੇਟਰ 'ਚ ਆ ਜਾਣਾ 20/2 ਕੱਟੇ ਗਏ। 2 1 ਦਾ 2 is equal to 10 ਮੀਟਰ। ਇਸ ਕਰਕੇ ਹਾਈਟ ਆਫ ਪੋਲ, ਦੇਅਰਫੋਰ ਹਾਈਟ ਆਫ ਪੋਲ is equal to 10 ਮੀਟਰ। ਮਤਲਬ ਖੰਭੇ ਦੀ ਉਚਾਈ ਜਿਹੜੀ ਆ 10 ਮੀਟਰ ਸਾਡੇ ਕੋਲ ਆਨਸਰ ਆ ਗਿਆ। ਨੈਕਸਟ ਬੇਟੇ ਸੈਕਿੰਡ ਕੁਐਸਚਨ ਆ ਗਿਆ। ਹੁਣ ਇਹਦਾ ਸੋਲੂਸ਼ਨ ਦੇਖੋ ਕਿਵੇਂ ਕਰਨਾ ਆਪਾਂ। ਸੈਕਿੰਡ ਕੁਐਸਚਨ ਹੈ ਕੀ ਆ, ਦੇਖੋ। ਅ ਟਰੀ ਬ੍ਰੇਕਸ ਡਿਊ ਟੂ ਸਟੋਰਮ, ਹਨੇਰੀ ਆਈ, ਦਰਖਤ ਟੁੱਟ ਗਿਆ। ਐਂਡ ਦਾ ਬ੍ਰੋਕਨ ਪਾਰਟ ਬੈਂਡਸ so that the top of the tree touches the ground, making an angle of 30 degree with it. The distance between the foot of the tree to the point
where the top touches the ground is 8 ਮੀਟਰ, find the height of the tree। ਕੀ ਦਿੱਤਾ, ਹਨੇਰੀ ਆਉਣ ਨਾਲ ਇੱਕ ਦਰਖਤ ਟੁੱਟ ਜਾਂਦਾ ਹੈ ਅਤੇ ਟੁੱਟਿਆ ਹੋਇਆ ਭਾਗ ਇਸ ਤਰ੍ਹਾਂ ਨਾਲ ਮੁੜ ਜਾਂਦਾ ਹੈ ਕਿ ਦਰਖਤ ਦਾ ਸਿਖਰ ਜ਼ਮੀਨ ਨੂੰ ਛੂਹਣ ਲੱਗਦਾ ਹੈ ਅਤੇ ਇਸ ਦੇ ਨਾਲ 30 ਡਿਗਰੀ ਦਾ ਕੋਣ ਬਣਾਉਂਦਾ ਹੈ। ਦਰਖਤ ਦੇ ਆਧਾਰ ਬਿੰਦੂ ਦੀ ਦੂਰੀ ਜਿੱਥੇ ਦਰਖਤ ਦਾ ਸਿਖਰ ਜ਼ਮੀਨ ਨੂੰ ਛੂੰਹਦਾ ਹੈ 8 ਮੀਟਰ ਹੈ। ਦਰਖਤ ਦੀ ਉਚਾਈ ਪਤਾ ਕਰੋ। ਕਿੱਦਾਂ ਦਿੱਤਾ, ਫਿਰ ਦੇਖੋ ਦੁਬਾਰਾ ਇੱਕ ਵਾਰੀ। ਟਰੀ ਬ੍ਰੇਕਸ ਡਿਊ ਟੂ ਸਟੋਰਮ, ਇੱਥੇ ਮੰਨ ਲਓ ਆਪਾਂ ਟਰੀ ਲੈ ਲਿਆ, ਬ੍ਰੇਕਸ ਟੁੱਟ ਜਾਂਦਾ ਹੈ ਹਨੇਰੀ ਆਉਣ ਦੇ ਨਾਲ। ਜਿੰਨਾ ਮੰਨ ਲਓ ਇੰਨਾ ਪਾਰਟ ਆ ਟੁੱਟ ਗਿਆ ਆ, ਇਹ ਜਿਹੜਾ ਟੁੱਟ ਗਿਆ ਪਾਰਟ ਆ ਉਹ ਮੰਨ ਲਓ ਇੱਥੇ ਆ ਕੇ ਜਦੋਂ ਡਿਊ ਟੂ ਸਟੋਰਮ ਟੁੱਟ ਜਾਂਦਾ ਹੈ, ਉਹ ਇੱਦਾਂ ਬੇਟੇ ਆ ਕੇ ਇੱਥੇ ਡਿੱਗ ਪੈਂਦਾ ਹੈ ਅਤੇ ਇੱਥੇ ਉਹਦਾ ਟੌਪ ਟੱਚ ਕਰ ਜਾਂਦਾ ਹੈ। ਆਹ ਵਾਲਾ ਟੌਪ ਇੱਥੇ ਟੱਚ ਕਰ ਜਾਂਦਾ ਮੰਨ ਲਓ, ਅਤੇ ਗਰਾਊਂਡ ਦੇ ਨਾਲ 30 ਡਿਗਰੀ ਦਾ ਐਂਗਲ ਬਣਾ ਦਿੰਦਾ ਹੈ। ਇੱਥੇ ਐਂਗਲ ਜਿਹੜਾ ਬਣਦਾ ਉਹ 30 ਡਿਗਰੀ ਦਾ। ਜਿੰਨਾ ਪਾਰਟ ਟੁੱਟ ਗਿਆ ਸੀ, ਬ੍ਰੇਕ ਹੋ ਗਿਆ, ਆਹ ਵਾਲਾ BD ਅਤੇ ਆਹ ਵਾਲਾ ਇਹ ਸੇਮ ਆ, ਉਹੀ ਵਾਲਾ ਪਾਰਟ ਉਹ ਇੱਧਰ ਆ ਗਿਆ ਅਤੇ ਇੱਥੇ ਆ ਗਿਆ ਇਹਦਾ ਟੌਪ ਜਿਹੜਾ। ਅਤੇ ਜੇ ਆ 30 ਡਿਗਰੀ ਹੋਵੇ ਐਂਡ ਅੱਗੇ ਲਿਖਿਆ ਦ ਡਿਸਟੈਂਸ ਬਿਟਵੀਨ ਦ ਫੁੱਟ ਆਫ ਦਾ ਟਰੀ, ਆ ਫੁੱਟ ਆਫ ਦਾ ਟਰੀ ਆ, ਟਰੀ ਟੂ ਦਾ ਪੁਆਇੰਟ ਵੇਅਰ ਦਾ ਟੌਪ ਟੱਚਸ ਦਾ ਗਰਾਊਂਡ, ਵੇਅਰ ਦਾ ਟੌਪ ਟੱਚ ਕਰਦਾ ਉਹਦਾ ਗਰਾਊਂਡ ਦਾ ਇੱਥੇ ਆ ਕੇ, ਇਜ਼ 8 ਮੀਟਰ। ਇੱਥੋਂ ਲੈ ਕੇ ਇੱਥੇ ਤੱਕ ਦਾ ਡਿਸਟੈਂਸ ਜੇ 8 ਮੀਟਰ ਹੋਵੇ ਤਾਂ ਟਰੀ ਦੀ ਹਾਈਟ ਫਾਈਂਡ ਆਊਟ ਕਰੋ। ਮਤਲਬ ਆਹ ਵਾਲਾ ਪਾਰਟ ਅਤੇ ਉਹਦੇ ਵਿੱਚ ਆਹ ਵਾਲਾ ਪਾਰਟ ਜੋੜ ਦੇਵਾਂਗੇ, ਪਲੱਸ ਕਰ ਦਾਂਗੇ ਅਤੇ ਹਾਈਟ ਆਫ ਦਾ ਟਰੀ ਆ ਜਾਏਗਾ। ਫਿਰ ਮਤਲਬ ਆਹ ਅਤੇ ਆਹ ਆਪਾਂ ਦੋਨੋਂ ਫਾਈਂਡ ਆਊਟ ਕਰ ਲਾਂਗੇ, ਇਹਨਾਂ ਨੂੰ ਪਲੱਸ ਕਰ ਦਾਂਗੇ ਅਤੇ ਹਾਈਟ ਆਫ ਦਾ ਟਰੀ ਫਾਈਂਡ ਆਊਟ ਹੋ ਜਾਏਗੀ। ਫਿਰ ਹੁਣ ਦੇਖੋ ਇਹ ਲਿਖਣਾ ਕਿਵੇਂ ਹੈਗਾ ਆ। ਪਹਿਲਾਂ ਇੱਥੇ ਆਪਾਂ ਲਿਖ ਦਾਂਗੇ ਲੈਟ AB is equal to, ਇੱਥੇ ਲਿਖ ਲੈਣਾ this is the height of the tree, AB is equal to H meter, be the height of tree, BD is equal to DC is the broken part, BD is equal to DC is the broken part of the tree, this is the foot of the tree, ਆ ਟੌਪ ਹੈਗਾ ਟਰੀ ਦਾ, ਇੱਥੋਂ ਟੱਚ ਕੀਤਾ। AC is equal to 8 ਮੀਟਰ, ਸਿੱਧਾ ਇਸੇ ਤਰ੍ਹਾਂ ਲਿਖ ਦਿਓ AC is equal to 8 ਮੀਟਰ, ਐਂਗਲ DCA is equal to 30 ਡਿਗਰੀ। ਜਿਹੜੇ ਪੁਆਇੰਟ ਤੇ ਐਂਗਲ ਆ ਉਹਨੂੰ ਵਿਚਕਾਰ ਲਿਖਣਾ, DCA ਲਿਖ ਦਿਓ ਜਾਂ ACD ਲਿਖ ਦਿਓ, ਇਜ਼ ਇਕੁਅਲ ਟੂ 30 ਡਿਗਰੀ। ਇਹ ਗਿਵਨ ਹੈ। ਹੁਣ ਆਪਾਂ ਦੇਖੋ ਇੱਥੇ ਲਿਖਣਾ, ਮੰਨ ਲਓ AB is equal to H ਮੀਟਰ, ਦਰਖਤ ਦੀ ਉਚਾਈ ਹੈ BD is equal to CD, ਦਰਖਤ ਦਾ ਟੁੱਟਿਆ ਹੋਇਆ ਭਾਗ ਹੈ। AC ਬਰਾਬਰ 8 ਮੀਟਰ ਤੇ ਐਂਗਲ DCA is equal to 30 ਡਿਗਰੀ।
ਹੁਣ ਇਸ ਤੋਂ ਬਾਅਦ ਆਪਾਂ ਲਿਖ ਦੇਣਾ ਆ, ਆਪਾਂ ਨੇ ਫਾਈਂਡ ਆਊਟ ਕੀ ਕਰਨਾ, ਐਂਗਲ ਦੇ ਸਾਹਮਣੇ ਵਾਲੀ ਸਾਈਡ ਨੂੰ ਕਹਿੰਦੇ P ਪਰਪੈਂਡੀਕੂਲਰ, ਆ ਬੇਟੇ ਬੇਸ 90 ਡਿਗਰੀ ਦੇ ਸਾਹਮਣੇ ਵਾਲੀ ਸਾਈਡ ਨੂੰ ਕਹਿੰਦੇ H। ਹੁਣ ਸਾਡੇ ਕੋਲ ਬੇਸ ਗਿਵਨ ਹੈ, ਇੱਕ ਸਾਈਡ ਉਹ ਲੈਣੀ ਜਿਹੜੀ ਗਿਵਨ ਆ, ਦੂਸਰੀ ਉਹ ਲੈਣੀ ਜਿਹੜੀ ਫਾਈਂਡ ਆਊਟ ਕਰਨੀ ਆ। ਦੋਨਾਂ ਦੇ ਵਿਚਕਾਰ ਰਿਲੇਸ਼ਨ ਦੇਖ ਲੈਣਾ, P ਤੇ B ਪਹਿਲਾਂ ਲੈ ਲਓ ਜਾਂ H ਤੇ B ਪਹਿਲਾਂ ਲੈ ਲਓ, ਜਿਹੜਾ ਮਰਜ਼ੀ ਪਹਿਲਾਂ ਕਰ ਸਕਦੇ ਤੁਸੀਂ। ਜੇ P ਤੇ B ਲੈਣੇ ਆ ਤੇ ਟੈਨ ਦਾ ਫਾਰਮੂਲਾ ਲੱਗ ਜਾਏਗਾ, ਇੱਥੇ ਲਿਖਾਂਗੇ tan 30 ਡਿਗਰੀ is equal to DA over CA, DA over CA। tan 30 ਡਿਗਰੀ ਦੀ ਵੈਲਿਊ ਹੁੰਦੀ ਆ 1/√3 is equal to DA ਦੀ ਵੈਲਿਊ, DA ਆਪਾਂ ਫਾਈਂਡ ਆਊਟ ਕਰਨਾ, ਇੱਥੇ ਲਿਖ ਲਓ ਚਾਹੇ P over B, ਤੇ AC over AC, AC ਦੀ ਵੈਲਿਊ ਕਿੰਨੀ ਹੈਗੀ ਸਾਡੇ ਕੋਲ 8। देयरफॉर क्रॉस मल्टीप्लाई करता, DA ਦੀ ਵੈਲਿਊ ਕੱਢ ਲਈ, DA is equal to 8/√3 ਰਹਿ ਗਿਆ, 8/√3 ਮੀਟਰ ਆ ਗਿਆ ਇਹਦਾ। ਇਹ DA ਦੀ ਵੈਲਿਊ ਆ ਗਈ। ਹੁਣ ਆਪਾਂ CD ਦੀ ਵੈਲਿਊ ਵੀ ਕੱਢਣੀ ਆ, ਬੇਸ ਦਾ ਤੇ ਹਾਈਪੋਟੈਨਿਊਜ਼ ਦਾ ਰਿਲੇਸ਼ਨ cos 30, ਇੱਥੇ ਲਿਖਾਂਗੇ cos 30 ਡਿਗਰੀ is equal to base over hypotenuse। cos 30 ਦੀ ਵੈਲਿਊ ਹੁੰਦੀ ਬੇਟੇ √3/2। ਬੇਸ ਕਿੰਨਾ ਹੈਗਾ CA ਓਵਰ H ਦਾ ਮਤਲਬ CD। ਇੱਥੇ ਫਿਰ ਲਿਖ ਦਾਂਗੇ देयरफॉर ਕੀ ਆ ਜਾਏਗਾ ਸਾਡੇ ਕੋਲ, CA ਦੀ ਵੈਲਿਊ ਕਿੰਨੀ ਹੈਗੀ ਆ 8, √3/2 is equal to 8/CD। ਆਪਾਂ CD ਦੀ ਵੈਲਿਊ ਕੱਢਣੀ ਇੱਥੋਂ, देयरफॉर ਇਹਨੂੰ ਇਹਦੇ ਨਾਲ ਮਲਟੀਪਲਾਈ ਕਰ ਦਿਓ, √3CD is equal to 2 8 ਦਾ 16। CD ਦੀ ਵੈਲਿਊ ਆ ਗਈ ਸਾਡੇ ਕੋਲ 16, CD ਦੇ ਨਾਲ ਵਾਲਾ ਡਿਨੋਮੀਨੇਟਰ ਚ ਆ ਜਾਣਾ √3 ਮੀਟਰ। ਆਪਾਂ ਕੀ ਕੱਢਣਾ ਹੈਗਾ AB, ਇੱਥੇ ਲਿਖਾਂਗੇ AB is equal to AD plus DB, AD plus DB। AD ਦੀ ਵੈਲਿਊ ਕਿੰਨੀ ਹੈਗੀ ਆ, AD is equal to 8/3 √3। DB and CD are equal, ਤੇ CD is equal to ਆ ਗਿਆ ਸਾਡੇ ਕੋਲ is equal to देयरफॉर CD ਦੀ ਜਗ੍ਹਾ ਤੇ ਇੱਥੇ BD ਵੀ ਲਿਖ ਸਕਦੇ, देयरफॉर CD is equal to BD is equal to 16/3, ਕਿਉਂਕਿ BD ਤੇ CD ਇਕੁਅਲ ਆ। ਹੁਣ ਇੱਥੇ BD ਦੀ ਵੈਲਿਊ ਭਰ ਦਿਓ, 16/√3 ਆ ਗਿਆ। ਹੁਣ ਇੱਥੇ ਬੇਟੇ ਐਲਸੀਐਮ ਲੈ ਲੈਣਾ, ਸੇਮ ਆ, ਇੱਕੋ ਵਾਰੀ ਲਿਖਣਾ, √3 ਨੂੰ √3 ਨਾਲ ਡਿਵਾਈਡ ਕੀਤਾ 1 ਆਇਆ, 1 × 8 ਪਲੱਸ √3 ਨੂੰ √3 ਨਾਲ ਡਿਵਾਈਡ ਕੀਤਾ 1 ਆਇਆ, 1 × 16 ਕਿੰਨਾ ਆ ਗਿਆ ਇਹ 24/√3। ਇਹਨੂੰ ਰੈਸ਼ਨਲਾਈਜ਼ ਕਰ ਦੇਣਾ, ਰੈਸ਼ਨਲਾਈਜ਼ ਮਤਲਬ ਡਿਨੋਮੀਨੇਟਰ 'ਚੋਂ ਅੰਡਰਰੂਟ ਹਟਾ ਦੇਣਾ। ਉਹ ਤਾਂ ਹੀ ਹਟ ਸਕਦਾ ਜੇ √3 ਨਾਲ ਮਲਟੀਪਲਾਈ √3 ਨਾਲ ਡਿਵਾਈਡ ਆਪਣੇ ਕੋਲੋਂ ਕਰਾਂਗੇ ਤਾਂ। ਇਹ ਆ ਗਿਆ 24/√3। √3 ਨੂੰ √3 ਨਾਲ ਕਰਦੇ ਤੇ 3 ਆ ਜਾਂਦਾ, 3 1 ਦਾ 3, 3 8 ਦਾ, ਤੇ ਸਾਡੇ ਕੋਲ ਆਨਸਰ ਆ ਗਿਆ 8/√3 ਮੀਟਰ। ਇਹ ਸੈਕਿੰਡ ਕੁਐਸਚਨ। ਨੈਕਸਟ ਕੁਐਸਚਨ ਆ ਗਿਆ ਬੇਟੇ ਕੁਐਸਚਨ ਨੰਬਰ 3rd 'ਚ ਕੀ ਦਿੱਤਾ ਦੇਖੋ, ਅ ਕੰਟਰੈਕਟਰ ਪਲਾਨਸ ਟੂ ਇੰਸਟਾਲ 2 slides for the children to play in a park. For the children below the age of 5 years, she prefers to have a slide whose top is at a height of 1.5 meter and is inclined at an angle of 30 degree। Inclined ਦਾ ਮਤਲਬ ਹੁੰਦਾ ਸਲਾਂਟ ਐਂਗਲ ਬਣਾਉਣਾ। ਕਿਸ ਤਰ੍ਹਾਂ ਦਾ inclined at an angle of 30 degree to the ground, whereas for elder children she wants to have a steep slide at a height of 3 meter and is inclined at an angle of 60 degree to the ground. What should be the length of the slide in each case?
दो फिगर्स बननियां बेटे इस क्वेश्चन च। ਫਿਰ ਦੇਖੋ ਕੀ ਸੀਗਾ, ਇੱਕ ਠੇਕੇਦਾਰ ਬੱਚਿਆਂ ਦੇ ਖੇਡਣ ਵਾਲੇ ਇੱਕ ਪਾਰਕ ਵਿੱਚ ਦੋ ਤਿਲਕਣ ਪੱਟੀਆਂ ਲਗਾਉਣਾ ਚਾਹੁੰਦਾ ਹੈ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਉਹ ਇਸ ਤਰ੍ਹਾਂ ਦੀ ਤਿਲਕਣ ਪੱਟੀ ਲਗਾਉਣਾ ਚਾਹੁੰਦਾ ਹੈ ਜਿਸ ਦਾ ਸਿਖਰ 1.5 ਮੀਟਰ ਉਚਾਈ ਤੇ ਹੋਵੇ ਅਤੇ ਉਹ ਜ਼ਮੀਨ ਨਾਲ 30 ਡਿਗਰੀ ਦੇ ਕੋਣ ਤੇ ਝੁਕੀ ਹੋਵੇ, ਜਦੋਂ ਕਿ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਉਹ 3 ਮੀਟਰ ਦੀ ਉਚਾਈ ਤੇ ਇੱਕ ਵੱਧ ਢਾਲ ਦੀ ਤਿਲਕਣ ਪੱਟੀ ਲਗਾਉਣਾ ਚਾਹੁੰਦਾ ਹੈ ਜੋ ਜ਼ਮੀਨ ਨਾਲ 60 ਡਿਗਰੀ ਦਾ ਕੋਣ ਬਣਾਉਂਦੀ ਹੋਵੇ। ਹਰ ਇੱਕ ਸਥਿਤੀ ਵਿੱਚ ਤਿਲਕਣ ਪੱਟੀ ਦੀ ਲੰਬਾਈ ਕਿੰਨੀ ਹੋਣੀ ਚਾਹੀਦੀ ਹੈ। ਦੇਖੋ ਬੜਾ ਈਜ਼ੀ ਕੁਐਸਚਨ ਹੈ, ਪਰ ਸਮਝ ਤੁਹਾਨੂੰ ਹੁਣ ਆ ਜਾਏਗਾ 1 ਮਿੰਟ 'ਚ। ਕੀ ਲਿਖਿਆ ਸੀਗਾ, 2 slides for the children to play in a park. For the children below the age of 5 years, she prefers to have a slide whose top is at a height of 1.5 meter. ਇੱਕ ਤੇ ਬਣਾਣੀ ਬੇਟੇ ਹਾਈਟ ਜਿਹੜੀ ਹੋਣੀ ਚਾਹੀਦੀ ਆ ਉਹ 1.5 ਮੀਟਰ ਤੇ ਹੋਵੇ, 1.5 ਮੀਟਰ ਵਾਲੀ, ਤੇ ਦੂਸਰੀ ਹਾਈਟ ਸਲਾਈਡ ਦੀ ਹੋਣੀ ਚਾਹੀਦੀ ਆ 3 ਮੀਟਰ ਵਾਲੀ। ਇਸ ਤੋਂ ਲਗਭਗ ਡਬਲ ਹੀ ਹੋ ਗਈ। ਏ ਬੀ ਆ ਬੇਟੇ ਲੈ ਲਿਆ ਆਪਾਂ ਡੀ ਈ, ਇਹ 3 ਮੀਟਰ ਦੀ ਹਾਈਟ ਵਾਲੀ ਹਾਈਟ ਲੈ ਲਈ। ਹੁਣ 1.5 ਮੀਟਰ ਦੇ ਨਾਲ ਸ਼ੀ ਪ੍ਰੈਫਰਸ ਟੂ ਹੈਵ ਏ ਸਲਾਈਡ ਹੂਜ਼ ਟॉप इज एट ए हाइट ऑफ 1.5 मीटर एंड इज इनक्लाइंड एट एन एंगल ऑफ 30 डिग्री टू द ग्राउंड। ग्राउंड ਦੇ ਨਾਲ 30 डिग्री ਦਾ एंगल बने। आ बेटे 30 डिग्री ਦਾ एंगल बनेगा ਤੇ 3 ਮੀਟਰ ਦੇ ਨਾਲ whereas for the elder children she wants to have a steep slide at a height of 3 meter and is inclined at an angle of 60 degree to the ground। ਤੇ ਇਹਦੇ ਨਾਲ 60 ਡਿਗਰੀ ਦਾ ਐਂਗਲ ਬਣੇ, 60 ਡਿਗਰੀ ਦਾ, ਤੇ ਥੋੜੀ ਜ਼ਿਆਦਾ ਸਿੱਧੀ ਹੋਏਗੀ, ਥੋੜੀ ਮੁਸ਼ਕਲ ਹੋਏਗਾ ਚੜਨ 'ਚ, ਇਸ ਕਰਕੇ ਉਹ ਐਲਡਰ ਚਿਲਡਰਨ ਲਈ ਆ, ਵੱਡੇ ਬੱਚਿਆਂ ਲਈ ਆ, ਉਹ 60 ਡਿਗਰੀ ਦਾ ਹੋਵੇ। ਆ ਫਿਗਰ ਹੈ। ਇਹ ਬੇਟੇ ਤਿਲਕਣ ਪੱਟੀਆਂ ਹੈਗੀਆਂ, ਆ ਵੀ ਤੇ ਆ ਵੀ। ਇਹਦੀ ਲੰਬਾਈ ਪਤਾ ਕਰਨੀ ਆ ਤੇ ਇਹਦੀ ਲੰਬਾਈ ਪਤਾ ਕਰਨੀ ਆ। ਆਹ ਵਾਲਾ ਕੁਐਸਚਨ 'ਚ ਲਿਖਿਆ ਜੇ। ਹੁਣ ਤੁਸੀਂ ਕੁਐਸਚਨ ਇੱਕ ਵਾਰੀ ਫੇਰ ਰੀਡ ਕਰੋਗੇ ਤੇ ਤੁਹਾਨੂੰ ਪਤਾ ਲੱਗ ਜਾਏਗਾ। A contractor plans to install 2 slides for the children to play in a park. For the children below the age of 5 years, she prefers to have a slide whose top is at a height of 1.5 meter. Top is at a height of 1.5 meter and is inclined at an angle of 30 degree to the ground. Inclined at an angle of 30 degree। ਇਹ ਸਲਾਈਡ ਹੈਗੀ ਆ 30 ਡਿਗਰੀ ਦੇ ਅਕੋਰਡਿੰਗਲੀ ਗਰਾਊਂਡ ਦੇ ਨਾਲ ਹੋਣੀ ਚਾਹੀਦੀ ਆ ਸਲਾਈਡ, ਤੇ ਆ 1.5 ਮੀਟਰ ਦੀ ਹਾਈਟ ਹੋਣੀ ਚਾਹੀਦੀ ਆ। ਤੇ ਦੂਸਰੀ ਟਾਈਪ ਦੀ ਜਿਹੜੀ ਸਲਾਈਡ ਆ ਉਹ 3 ਮੀਟਰ ਗਰਾਊਂਡ ਤੋਂ ਹੋਣੀ ਚਾਹੀਦੀ ਆ ਤੇ 60 ਡਿਗਰੀ ਦਾ ਐਂਗਲ ਵਿਦ ਦਾ ਗਰਾਊਂਡ। ਇੱਥੇ ਦੇਖੋ ਲਿਖਿਆ, ਸ਼ੀ ਵਾਂਟਸ ਟੂ ਹੈਵ ਏ ਸਟੀਪ ਸਲਾਈਡ at a height of 3 meter and is inclined at an angle of 60 degree to the ground. What should be the length of the slide in each case? Length of the slide ਕਿੰਨੀ ਹੋਏਗੀ ਦੋਨੋਂ ਕੇਸਸ ਦੇ ਵਿੱਚ। ਇਹ ਤਿਲਕਣ ਪੱਟੀਆਂ ਹੈਗੀਆਂ AC ਤੇ DF। ਹੁਣ ਦੇਖੋ ਲਿਖਣਾ ਕਿਵੇਂ ਹੈਗਾ ਇੱਥੇ। ਹੁਣ ਇੱਥੇ ਆਪਾਂ ਪਹਿਲਾਂ ਲਿਖਾਂਗੇ AC let AC and DF, AC and DF be the 2 slides at height 1.5 meter and 3 meter respectively।
एंगल इत्थे आ 90 डिग्री का ऑलवेज, इत्थे आ एंगल ACB, ये स्लाइड्स हो गई तो यह हाइट हो गई इन्हां दी, AC एंड DFB दा स्लाइड्स रिस्पैक्टिवली फ्रॉम द ground and is inclined at an angle of 30 degree and 60 degree। इत्थे लिख लांगे, मान लो AC ਅਤੇ DF दो तिलकन पट्टियां हैं, AB इज इक्वल टू 1.5 मीटर है ਅਤੇ DE 3 मीटर है। एंगल ACB इज इक्वल टू 30 डिग्री, DFE इज इक्वल टू 60 डिग्री है। बोथ द दोनों केसिस दे विच आपां फाइंड आउट कर लेना हुण कि AC दी कितनी लेंथ है। हुण देखो आ एंगल है, एंगल दे अपोजिट साइड आ परपेंडिकुलर हो गया, आ फाइंड आउट करना है, आ गिवन आ, ए H हो गया, P ते H का रिलेशन sin 30। इत्थे बेटे इस तो बाद अगे लिख देना आ sin 30 इज इक्वल टू AB ओवर AC। sin 30 की वैल्यू 1/2, AB मतलब 1.5, AC आपां फाइंड आउट कर लेना, 1 इंटू AC इज AC तो 1.5 इंटू 2 इज इक्वल टू 3 मीटर। ये AC दी एक तिलकन पट्टी की लंबाई आ गई। हुण इस ट्रैंगल दे विच आल्सो sin 60 sin 60 डिग्री, ए परपेंडिकुलर हो गया ओवर हाइपरन्यूज का DF हो गया, sin 60 इज √3/2, DE साढ़े को आ गया 3 ओवर DF आपां फाइंड आउट कर लांगे। हुण इनू इहदे नाल मल्टीप्लाई कर दईए, DF √3 DF इज इक्वल टू 2 3 दा 6, देयरफॉर DF इज इक्वल टू 6 ओवर √3। अंडर रूट डिनोमीनेटर च थले आंदा पिया, इनू रैशनलाइज कर दो, √3 ओवर √3, ये आ गया बेटे 6 √3, √3 नू √3 ना मल्टीप्लाई करो 3 3 2 दा 6 आ गया 2 √3 मीटर। सो दूसरी पट्टी की लंबाई आ गई 2 √3 मीटर तो यदी आ गई 3 मीटर। ये आंसर आ गया साडा। नैक्सट क्वेश्चन आ गया क्वेश्चन नंबर 4, द एंगल ऑफ एलीवेशन आ गया बेटे। हुण एलीवेशन तो डिप्रैशन की होणगे तुहानूं पता होना चाहिए। द एंगल ऑफ एलीवेशन ऑफ द टॉप ऑफ ए टावर फ्रॉम ए पॉइंट ऑन द ग्राउंड विच इज़ 30 मीटर अवे फ्रॉम द फुट ऑफ द टावर इज़ 30 डिग्री, फाइंड द हाइट ऑफ द टावर। ਜ਼ਮੀਨ ਦੇ ਇੱਕ ਬਿੰਦੂ ਤੋਂ ਜੋ ਮੀਨਾਰ ਦੇ ਆਧਾਰ ਬਿੰਦੂ ਤੋਂ 30 ਮੀਟਰ ਦੀ ਦੂਰੀ ਤੇ ਹੈ, ਮੀਨਾਰ ਦੇ ਸਿਖਰ ਦਾ ਉਚਾਨ ਕੋਣ 30 ਡਿਗਰੀ ਹੈ, ਮੀਨਾਰ ਦੀ ਉਚਾਈ ਪਤਾ ਕਰੋ। ਦੇਖੋ ਬੜਾ ਈਜ਼ੀ ਸਮ ਹੈ। एंगल ऑफ एलिवेशन ऑफ द टॉप ऑफ, पहला तो टावर ले लेना, ए बी ले लिया, एच मीटर ले लिया, ए बी इज इक्वल टू एच मीटर, बी द हाइट ऑफ द टावर सपोज कर लिया। फ्रॉम ए पॉइंट ऑन द ग्राउंड एंगल ऑफ एलिवेशन ऑफ द टॉप ऑफ ए टावर, टावर के टॉप का
एंगल ऑफ एलिवेशन फ्रॉम ए पॉइंट ऑन द ग्राउंड ते कोई पॉइंट ले लिया विच इज 30 मीटर अवे फ्रॉम द फुट ऑफ द टावर तो 30 मीटर अवे 30 मीटर की दूरी ते आ ते ਉਹਦਾ एंगल ऑफ एलिवेशन ਜਿਹੜਾ इस पॉइंट ਤੇ आ जाएगा दैट इज इक्वल टू 30 डिग्री 30 डिग्री गिवन है यह परपेंडिकुलर होएगा ਜਿਹੜਾ टावर आ ग्राउंड के उत्ते सीधा खड़ा यह सी आ गया तो यदी हाइट फाइंड आउट करनी है वेरी ईजी क्वेश्चन देखो ਜ਼ਮੀਨ ਦੇ ਇੱਕ ਬਿੰਦੂ ਤੋਂ ਜੋ ਮੀਨਾਰ ਦੇ ਆਧਾਰ ਬਿੰਦੂ ਤੋਂ 30 ਮੀਟਰ ਦੀ ਦੂਰੀ ਤੇ ਹੈ ਆ ਜ਼ਮੀਨ ਤੇ ਇੱਕ ਬਿੰਦੂ ਲੈ ਲਿਆ ਆ ਮੀਨਾਰ ਲੈ ਲਿਆ ਇਹਦੇ ਆਧਾਰ ਤੋਂ ਆਹ ਵਾਲਾ ਬਿੰਦੂ 30 ਮੀਟਰ ਦੀ ਦੂਰੀ ਤੇ ਹੈ ਮੀਨਾਰ ਦੇ ਸਿਖਰ ਦਾ ਉਚਾਨ ਆ ਸਿਖਰ ਹੁੰਦਾ ਟੌਪ ਜਿਹੜਾ ਇਹਦਾ ਸਿਖਰ ਦਾ ਉਚਾਨ ਕੋਣ ਇਜ਼ ਇਕੁਅਲ ਟੂ 30 ਡਿਗਰੀ ਆ ਗਿਆ ਇੱਥੋਂ ਦੇਖ ਰਿਹਾ ਇਹਦਾ 30 ਡਿਗਰੀ ਐਂਗਲ ਹੋ ਗਿਆ ਮੀਨਾਰ ਦੀ ਉਚਾਈ ਪਤਾ ਕਰਨੀ ਹੁਣ ਲਿਖਣਾ ਕਿਵੇਂ ਲੈਟ AB is equal to h meter, B the height of tower, C is a point which is 30 meter away from the foot of the tower. Foot of the tower. Angle BCA is equal to 30 degree. मान लो AB is equal to h मीटर मीनार दी ऊंचाई है एक बिंदु C ਮੀਨਾਰ ਦੇ ਆਧਾਰ ਬਿੰਦੂ ਤੋਂ 30 ਮੀਟਰ ਦੀ ਦੂਰੀ ਤੇ ਹੈ ਐਂਗਲ BCA ਇਜ਼ ਇਕੁਅਲ ਟੂ 30 ਡਿਗਰੀ ਆ ਗਿਵਨ ਆ ਆ फाइंड आउट करना बेस ते परपेंडिकुलर दा रिलेशन tan 30 डिग्री इत्थे लिख देना tan 30 इज इक्वल टू परपेंडिकुलर ओवर बेस AC tan 30 दी वैल्यू 1/√3 टेबल तो AB इज इक्वल टू H AC दी वैल्यू 30 आ गई क्रॉस मल्टीप्लाई कर दो √3 H इज इक्वल टू 30 × 1 इज 30 H दी वैल्यू कढ़ लैनी चों एच इज इक्वल टू एच दे नाल वाला डिनोमीनेटर च आ जाना जिहदी वैल्यू कढ़नी आ उहदे नाल वाला हमेशा डिनोमीनेटर च आना √3 नाल मल्टीप्लाई कर दो √3 नाल डिवाइड कर दो ये आ गया 30 √3 ओवर √3 नूं √3 नाल करांगे 3 आ जाऊगा 3 1 दा 3 10 दा 10 √3 मीटर इज़ द आंसर इज़ द हाइट ऑफ द टावर आ गया साडे कोल नैक्सट क्वेश्चन आ गया क्वेश्चन नंबर 5 A kite is flying at a height of 60 meter above the ground. The string attached to the kite is temporarily tied to a point on the ground. The inclination of the string with the ground is 60 degree. Find the length of the string assuming that there is no slack in the string. Slack मतलब ढिल देखो जमीन तो 60 मीटर ऊंचाई ते एक पतंग उड़ रही है 60 मीटर की ऊंचाई ते एक पतंग उड़ रही है पतंग नाल लगे धागे नूं अस्थाई रूप विच जमीन ते एक बिंदु नाल बन दिता गया है जमीन नाल धागे दा झुकाव 60 डिग्री है ये मन के धागे विच कोई ढिल नहीं है धागे की लंबाई पता करो क्लीयर ही हो जाता है ये तो देखो किवें करना की हैगा काइट इज़ फ्लाइंग एट ए हाइट ऑफ 60 मीटर हाँ बेटे इस तरह ही उडेगी काइट इत्थे काइट बना दिंदे आपां Kite is flying at a height of 60 मीटर above the ground. Ground तो जिहड़ी उहदी हाइट आ वो 60 मीटर दी आ
kite is flying at a height of 60 meter above the ground. The string attached to the kite, a string attached to the kite, temporarily tied to a point on the ground. Ground ਤੇ ਇੱਕ point ਦੇ ਨਾਲ ਬਿੰਦੂ ਨਾਲ ਬੰਨ ਦਿੱਤਾ ਗਿਆ ਹੈ. Inclination of the string, inclination ਮਤਲਬ angle of the string with the ground. Ground ਦੇ ਨਾਲ ਉਹਦਾ ਜਿਹੜਾ ਐਂਗਲ ਆ ਉਹ 60 ਡਿਗਰੀ ਤੇ ਆ. ਮਤਲਬ ਜ਼ਮੀਨ ਨਾਲ ਧਾਗੇ ਦਾ ਝੁਕਾਅ, ਆ ਧਾਗਾ ਆ ਡੋਰ ਜਿਹੜੀ ਆ ਉਹਦਾ ਝੁਕਾਅ ਜਿਹੜਾ ਉਹ 60 ਡਿਗਰੀ ਦਾ ਆ. ਇਹ ਮੰਨ ਕੇ ਚੱਲੋ ਕਿ ਧਾਗੇ 'ਚ ਕੋਈ ਢਿੱਲ ਨਹੀਂ ਹੈ ਡੋਰ ਦੇ ਵਿੱਚ, ਸਿੱਧੀ. ਤੇ ਉਸ ਤੋਂ ਬਾਅਦ ਇਹਦੀ ਲੰਬਾਈ ਕਿੰਨੀ ਹੋਏਗੀ ਇਹ ਆਪਾਂ ਫਾਈਂਡ ਆਊਟ ਕਰਨਾ. ਦੇਖੋ ਟ੍ਰਿਗਨੋਮੈਟਰੀ ਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਆ ਸਕਦੇ ਆ. ਤੁਸੀਂ ਆਹ ਐਂਗਲ ਜੇ ਤੁਹਾਨੂੰ ਪਤਾ ਹੋਵੇ ਤੇ ਤੁਸੀਂ ਆਹ ਉਚਾਈ ਆ ਦਿੱਤੀ ਆ ਤੇ ਆਪਾਂ ਆ ਕਿੰਨੀ ਲੰਬਾਈ ਆ ਉਹ ਕੱਢ ਸਕਦੇ ਆ. ਹੁਣ ਦੇਖੋ ਕਿ ਇੱਥੇ ਲਿਖਣਾ ਕਿਵੇਂ ਹੈਗਾ. ਲੈਟ AC is the length of string. AC is the length of string. AB is equal to 60 meter. B the height of kite from the ground. ਤੇ ਐਂਗਲ ACB ਇਜ਼ ਇਕੁਅਲ ਟੂ 60 ਡਿਗਰੀ. ਐਂਗਲ ਵੀ 60 ਡਿਗਰੀ ਦਾ ਗਿਵਨ ਆ. ਇੱਥੇ ਲਿਖ ਲੈਣਾ, ਮੰਨ ਲਓ AC ਧਾਗੇ ਦੀ ਲੰਬਾਈ ਹੈ AB ਬਰਾਬਰ 60 ਮੀਟਰ. ਪਤੰਗ ਦੀ ਜ਼ਮੀਨ ਤੋਂ ਉਚਾਈ ਹੈ ਤੇ ਐਂਗਲ ACB ਇਜ਼ ਇਕੁਅਲ ਟੂ 60 ਡਿਗਰੀ ਗਿਵਨ ਹੈ, ਦਿੱਤਾ ਸਾਰਾ ਕੁਝ. ਹੁਣ ਇੱਥੇ ਬੇਟੇ ਆ ਦੇਖੋ, ਆਹ ਫਾਈਂਡ ਆਊਟ ਕਰਨਾ, ਲੱਭਣਾ ਆ ਤੇ ਆਹ ਦਿੱਤਾ ਆ. ਆਹ P ਆ ਐਂਗਲ ਦੇ ਸਾਹਮਣੇ ਵਾਲੀ ਤੇ 90 ਦੇ ਸਾਹਮਣੇ ਵਾਲੀ H. P ਤੇ H ਦਾ ਰਿਲੇਸ਼ਨ sin 60. ਇੱਥੇ ਲਿਖ ਦਾਂਗੇ sin 60 ਡਿਗਰੀ ਇਜ਼ ਇਕੁਅਲ ਟੂ P ਓਵਰ H. sin 60 ਦੀ ਵੈਲਿਊ √3/2. P ਦਾ ਕੀ ਮਤਲਬ ਆ 60, H ਦਾ ਕੀ ਮਤਲਬ ਆ AC. ਇਸ ਲਈ ਇਹਨੂੰ ਇਹਦੇ ਨਾਲ ਮਲਟੀਪਲਾਈ ਕਰ ਦਿਓ, √3 AC. 60 ਦੂਣਾ 120. AC ਕੱਢ ਲਓ ਕਿੰਨਾ ਹੋਏਗਾ 120 ਬਟਾ √3 ਆ ਗਿਆ. ਹੁਣ ਜਦੋਂ √3 ਥੱਲੇ ਆ ਜਾਏ ਇਹਨੂੰ ਰੈਸ਼ਨਲਾਈਜ਼ ਕਰ ਦੇਣਾ ਆਪਾਂ, √3 ਨਾਲ ਮਲਟੀਪਲਾਈ, √3 ਨਾਲ ਡਿਵਾਈਡ. 120 √3 ਨੂੰ √3 ਨਾਲ ਕੀਤਾ 3 ਆ ਗਿਆ. 3 1 ਦਾ 340, ਇਹ ਆ ਗਿਆ 40 √3 ਮੀਟਰ ਇਜ਼ ਦਾ ਲੈਂਥ ਆਫ ਦਾ ਸਟ੍ਰਿੰਗ ਆ ਗਿਆ.